कि ये कोई राजनीतिक बात नहीं है। ये हिमाचल प्रदेश ने जो वाटर सेस लगाया है वो हिमाचल में जो 172 हाइड्रो प्रोजेक्ट है और उसमें हरियाणा का सरकार का तो कोई भी नहीं है और पंजाब सरकार का भी कोई नहीं है वाटर हाइड्रो प्रोजेक्ट। उन्होंने किस परिस्थितियों में ये संकल्प लाया और पास किया उसको जानने की जरूरत है। इसलिए मैंने कहा कि 172 हाइड्रो प्रोजेक्ट है जिसमें प्राइवेट के है, एनटीपीसी के है, एनएचपीसी के। हमारा एक एसजेबीएनएल पीएसयू है जिसमें हमारी भी 27% इक्विटी है। प्राइवेट के कई लोग हैं उसमें इक्विटी है। वो हिमाचली युवा है उनमें इक्विटी है। तो कई प्रकार से हमने हाइडल प्रोजेक्ट पर वाटर सेस लगाया है और नहरों, पानी, खेत जहां भी जाते हैं उस पानी पर कोई वाटर सेस नहीं लगा है। पंजाब का कोई प्रोजेक्ट हिमाचल प्रदेश में अभी नहीं है क्योंकि एक जो प्रोजेक्ट है सानन उसकी लीज खत्म होने वाली है और वो इस अगले 6 महीने में वो खत्म हो जाएगी। उसके बाद पंजाब गवर्नमेंट का मेरे ख्याल हिमाचल प्रदेश में कोई प्रोजेक्ट नहीं है और हरियाणा गवर्नमेंट का भी कोई प्रोजेक्ट नहीं है। वो क्यों इस स्थिति में गए इसके तो मैं अध्ययन संकल्प के बाद ही कर सकता हूँ। और ये वाटर सेस कोई हिमाचल प्रदेश ने नहीं लगाया है, ये उत्तराखंड ने भी वाटर सेस हाइड्रो प्रोजेक्ट्स पर लगाया है और उनसे जो भी उनकी कंफ्यूजन होगी उसको दूर कर दिया जाएगा। पर्सनली आप दोनों मुख्यमंत्रियों से बात करेंगे? देखिए, पहले मैं संकल्प पढ़ूंगा उसके बाद मुख्यमंत्री को अगर सभी सम्मानित मुख्यमंत्री को अगर बात करने की जरूरत होगी तो भी हम उनसे बात करेंगे। ਹੁਣ ਆ ਗਿਆ ਜੀ ਹਿਮਾਚਲ ਵਾਲਾ ਕਹਿੰਦੇ ਜੀ ਕਿ ਸਾਨੂੰ ਤਾਂ ਜਿਹੜਾ ਪਾਣੀ ਬਣਾਉਂਦੇ ਹੋ ਤੁਸੀਂ ਵੀ ਸਾਨੂੰ ਤਾਂ ਪੈਸੇ ਦਿਆ ਕਰੋ, ਸੈਸ ਲਾਵਾਂਗੇ। ਨਹੀਂ, ਉਹ ਕਰੰਟ ਵਾਲਾ ਪਾਣੀ ਦਿੰਦੇ ਆ ਜੀ ਸਾਨੂੰ ਵੀ ਇੱਥੇ ਅਸੀਂ ਉਦੋਂ ਉਹਨੂੰ ਰੋਕ ਕੇ ਉਹਦੇ ਚੋਂ ਪਾਣੀ ਚੋਂ ਕਰੰਟ ਕੱਢ ਲੈਂਦੇ ਆ, ਬਿਜਲੀ ਕੱਢ ਲੈਂਦੇ ਆ ਤੇ ਫਿਰ ਉਹਨੂੰ ਬਿਜਲੀ ਨਾਲ ਅਸੀਂ ਜਿਵੇਂ ਪਹਿਲਾਂ ਕਾਮਰੇਡਾਂ ਨੇ ਇੱਕ ਵਾਰੀ ਗੱਲ ਚਲਾਤੀ ਸੀ ਹਾਂ ਕਿ ਫੋਕਾ ਪਾਣੀ ਹੈ ਜੀ ਭਾਖੜਾ ਵਾਲਾ, ਤਾਂ ਇਹ ਚੋਂ ਪਾਣੀ ਤਾਂ ਕੱਢ ਲਿਆ, ਇਹਨੂੰ ਲਾਇਓ ਨਾ। ਇਹ ਮੈਨੂੰ ਲੱਗਦਾ ਕਿਸੇ ਨੂੰ ਉੱਥੇ ਡਿਪਟੀ ਮੁੱਖ ਮੰਤਰੀ ਨੂੰ ਕਿਸੇ ਨੇ ਗੱਲ ਕਹਿਤੀ ਉਹਨੂੰ ਵੀ ਆਪਣੇ ਵਾਲਾ ਪਾਣੀ ਜਿਹੜਾ ਉਹ ਮੇਨ ਹੁੰਦਾ ਜੀ, ਉੱਥੇ ਜਾ ਕੇ ਫਿਰ ਪਾਣੀ ਕੱਢ ਲੈਂਦੇ ਨੇ ਉਹ ਚੋਂ। ਤੋਂ ਕਾਂਗਰਸ ਵਾਲੇ ਨੇ ਬੁਖਲਾਏ ਪਏ ਨੇ, ਮਸਾਂ ਗੌਰਮੈਂਟ ਬਣੀ ਹੈ ਕਿਤੇ, ਚਲੋ ਕਹਿੰਦੇ ਲਿਆਓ ਬਿੱਲ ਲੈ ਕੇ। ਹਾਸੋਹੀਣੀਆਂ ਗੱਲਾਂ ਕਰਦੇ ਨੇ ਜੀ, ਬੇਤੁਕਾ ਇਹ ਸੈਸ ਹੈ ਤਾਂ ਸਾਰੀਆਂ ਸਟੇਟਾਂ 'ਚ ਰੌਲਾ ਪੈ ਜਾਊਗਾ। ਕੋਈ ਵੀ ਸਟੇਟ ਕਹੂਗੀ ਮੈਂ ਨਹੀਂ ਪਾਣੀ ਦਿੰਦਾ, ਮੈਨੂੰ ਤਾਂ ਮੇਰਾ ਪਾਣੀ ਜਿਹੜਾ ਲੈਂਦੇ ਉਹਦੇ ਪੈਸੇ ਦਿਓ। ਕਮਾਲ ਹੈ ਜੀ, ਰਾਜਸਥਾਨ ਨੂੰ ਅਸੀਂ ਪਾਣੀ ਦੇ ਰਹੇ ਹਾਂ, ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਉਸ ਚੋਂ ਜਿਹੜੀਆਂ ਨਹਿਰਾਂ ਬਣੀਆਂ ਨੇ ਪੰਜਾਬ ਦੀ, ਪਾਣੀ ਜਾਂਦਾ ਜੀ। ਹਰਿਆਣਾ ਕਹਿੰਦਾ ਸਾਨੂੰ ਪਾਣੀ ਦਿਓ, ਹਿਮਾਚਲ ਵਾਲੇ ਕਹਿਣ ਲੱਗੇ ਸਾਨੂੰ ਦਿਓ, ਉੱਤੋਂ ਕੋਲੇ ਵਾਲੇ ਕਹਿੰਦੇ ਨੇ ਸ਼੍ਰੀਲੰਕਾ ਦੇ ਉੱਤੋਂ ਦੀ ਆਓ। ਪੰਜਾਬ ਨੂੰ ਸਮਝਿਆ ਕੀ ਹੋਇਆ ਇਹਨਾਂ ਨੇ? ਚਾਰੇ ਪਾਸਿਓਂ ਪੈ ਨਿਕਲੇ ਜੀ ਨੋਚਣ ਨੂੰ। ਇੱਥੇ ਹੋਰ ਹੈ, ਹਿਮਾਚਲ 'ਚ ਹੋਰ ਹੈ, ਦਿੱਲੀ 'ਚ ਹੋਰ ਹੈ। ਜਿੱਥੇ ਜਾਓਗੇ ਤਾਂ ਚਿਹਰਾ ਇਹਨਾਂ ਦਾ ਅਲੱਗ ਹੈ, ਇਹਨਾਂ ਦਾ ਚਿਹਰਾ ਅਲੱਗ ਹੈ। ਇਹ ਕੋਈ ਭਾਰਤ ਜੋੜੋ ਨਹੀਂ, ਜਿਸ ਤਰ੍ਹਾਂ ਅਮਨ ਜੀ ਨੇ ਕਿਹਾ, ਇਹ ਭਾਰਤ ਤੋੜੋ ਵਾਲੀਆਂ ਗੱਲਾਂ ਨੇ, ਠੀਕ ਹੈ ਨਾ। ਸੋ ਇਸ ਦੇ ਅਸੀਂ ਸਖਤ ਵਿਰੋਧ ਕਰਦੇ ਹਾਂ। ਜਿਸ ਤਰ੍ਹਾਂ ਮੀਤ ਹੇਅਰ ਨੇ ਤਾਂ ਪੰਜੀ ਕਹਿਤਾ, ਅਸੀਂ ਮੈਂ ਪੰਜੀ ਨੂੰ ਵੀ ਘਟਾ ਕੇ ਅਸੀਂ ਦੁਆਨੀ ਨਹੀਂ ਦਿੰਦੇ ਅਸੀਂ ਇਹਨਾਂ ਨੂੰ। ਹਾਂਜੀ, ਸਾਡਾ ਪਾਣੀ ਹੈ ਜੀ, ਪੰਜਾਬ ਦਾ ਪਾਣੀ ਹੈ, ਪੰਜਾਬ ਦਾ ਹੱਕ ਹੈ ਉਹ ਤੇ ਪੰਜਾਬ ਦੇ ਪਾਣੀਆਂ ਤੇ ਬੁਰੀ ਨਜ਼ਰ ਨਾ ਰੱਖੋ। ਅਸੀਂ ਦੇਸ਼ ਦਾ ਢਿੱਡ ਭਰ ਰਹੇ ਹਾਂ, ਆਪਦੀ ਧਰਤੀ ਖਰਾਬ ਕਰ ਲਈ। 1 ਕਿਲੋ ਚੌਲ ਪੈਦਾ ਕਰਨ ਵਾਸਤੇ 3800 ਲੀਟਰ ਪਾਣੀ ਲੱਗਦਾ ਜੀ, ਜਦ ਕਿ ਚੌਲ ਸਾਡੀ ਖੁਰਾਕ ਦਾ ਹਿੱਸਾ ਨਹੀਂ ਹੈਗੇ। ਸੋ ਇਸ ਕਰਕੇ ਸਪੀਕਰ ਸਾਹਿਬ, ਇਹ ਜਿਹੜਾ ਮਤਾ ਲਿਆਂਦਾ ਕਿ ਅਸੀਂ ਇਹਦੀ ਨਿੰਦਾ ਕਰਦੇ ਹਾਂ। ਇਹ ਮਤਾ ਜਿਹੜਾ ਪੰਜਾਬ ਵੱਲੋਂ ਪਾਸ ਕੀਤਾ ਜਾਵੇ, ਮੰਤਰੀ ਸਾਹਿਬ ਪ੍ਰਸਤਾਵ ਕਰਨ ਕਿ ਇਹਦਾ ਵਿਰੋਧ ਕਰਨ ਦਾ, ਇਸ ਆਰਡੀਨੈਂਸ ਦਾ, ਹਿਮਾਚਲ ਪ੍ਰਦੇਸ਼ ਦੇ ਇਸ ਆਰਡੀਨੈਂਸ ਦਾ ਵਿਰੋਧ ਕਰਨ ਦਾ ਜਿਹੜਾ ਮਤਾ ਹੈ ਉਹ ਆਇਆ ਹੈ, ਉਹਨੂੰ ਸਰਬਸੰਮਤੀ ਨਾਲ ਪਾਸ ਕੀਤਾ ਜਾਵੇ। ਸਾਰੀਆਂ ਪਾਰਟੀਆਂ ਨੇ ਆਪਣਾ ਸਹਿਮਤੀ ਦਿਖਾਈ ਹੈ ਔਰ ਇਹ ਅੱਛੀ ਗੱਲ ਹੈ ਕਿ ਅੱਜ 3-4 ਮਤੇ ਇੱਦਾਂ ਦੇ ਆਏ ਨੇ ਜਿਹਦੇ ਤੇ ਤੁਹਾਨੂੰ ਨਾ ਪੁੱਛਣਾ ਹੀ ਨਹੀਂ ਪਿਆ, ਕੱਲੀ ਹਾਂ ਨਾਲ ਹੀ ਸਰਨ ਲੱਗ ਗਿਆ। ਜੇ ਹਾਂ ਨਾਲ ਹੀ ਸਰਨ ਲੱਗ ਜਾਏ ਆਪਣਾ ਪੰਜਾਬ ਬਹੁਤ ਤਰੱਕੀ ਕਰ ਜੂਗਾ ਜੀ। धन्यवाद। मैं प्रस्ताव करता हूं कि this house is concerned about the ordinance
issued by the government of Himachal Pradesh, that is Ordinance number 2 of 2023, to impose water cess on the hydropower projects for non-consumptive use of water for power generation. The Himachal Pradesh state's water resources are now the government's property, while any propriety, riparian or usage rights with any individual, group, company, corporation, society or community are deemed to have been terminated. The House acknowledges and recognizes the right of the state of Haryana over the use of water flowing into the state for all purposes. All the BBMM projects which have since been constructed with investment made by the state of Haryana with other partner states largely happen to be situated within territory jurisdiction of the state of Himachal Pradesh. With this new levy of water cess, the government of HP is trying to put additional tax burden on the state of Haryana, as it is evident from the objective of the ordinance. With this new levy, there will be an additional financial burden amounting to rupees 1,200 crore per annum on partner states, out of which around rupees 336 crore will be burden on the state of Haryana. This new levy is not only infringement of exclusive rights of the state over its natural resources, but will also result in additional financial burden for generation of power, resulting in the higher cost of generation of electricity. The levy of water cess by Government of Himachal Pradesh is against the provision of the Interstate Water Disputes Act 1956. The state of Haryana, through the Bhakhra Byas Management Projects, is already liberal to release 7.19% of electricity of the composite state of Haryana and Punjab to HP. This House very strongly and unanimously resolves that this levy of water cess imposed by the government of Himachal Pradesh is illegal, and therefore the same should be withdrawn by the government of Himachal Pradesh. This House also requests the government of India to use its good offices to prevail upon the state government of Himachal Pradesh to withdraw the ordinance, as the same is in violation of the Central Act, that is Interstate Water Disputes Act 1956. अध्यक्ष महोदय, ये जो ऑर्डिनेंस हिमाचल प्रदेश सरकार ने लगाया है ये एकदम इलीगल है, क्योंकि एक हमारी ट्रीटी है, एक समझौते हुए हैं, उसमें ये जो एडिशनल बर्डन हरियाणा के ऊपर जो डलेगा 336 करोड़ का, इसको बिल्कुल इस सेस को विड्रा करना चाहिए हिमाचल प्रदेश सरकार को। ये मेरा प्रदेश के विधानसभा के सामने एक प्रस्ताव है और मैं इस प्रस्ताव के माध्यम से हिमाचल प्रदेश के इस ऑर्डिनेंस को कंडम करता हूं और विधानसभा इस प्रस्ताव को सर्वसम्मति से पारित करे ताकि इस रेजोल्यूशन को हम आगे भेज सकें।